ਰੋਜ਼ਾਨਾ ਲੋਕਨਾਥ ਟੀਵੀ ਦਾ ਸਪੈਸ਼ਲ ਪ੍ਰੋਗਰਾਮ ਖਬਰ ਸਵੇਰ ਦੇਖ ਰਹੇ ਹੋ ਤੁਸੀਂ। ਮੈਂ ਹਾਂ ਸੁਖਵਿੰਦਰ ਸਿੰਘ ਸਿੱਧੂ। ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਾਂਗੇ ਪੰਜਾਬ ਦੀ ਸਿਆਸਤ ਦੇ ਨਾਲ ਜੁੜੀਆਂ ਕੁਝ ਵੱਡੀਆਂ ਤੇ ਅਹਿਮ ਖਬਰਾਂ ਤੇ। ਸਭ ਤੋਂ ਪਹਿਲਾਂ ਗੱਲਬਾਤ ਕਰਾਂਗੇ ਕਿ ਬੇਅਦਬੀ ਮਾਮਲਿਆਂ ਦੇ ਵਿੱਚ SIT ਦੇ ਵੱਲੋਂ ਬਾਦਲਾਂ ਦੇ ਉੱਪਰ ਸਕੰਜਾ ਕੱਸਣਾ ਸ਼ੁਰੂ ਕਰ ਦਿੱਤਾ ਗਿਆ। ਕੀ ਕੁਝ SIT ਦੇ ਵੱਲੋਂ ਕਾਰਵਾਈ ਕੀਤੀ ਗਈ ਹੈ ਬਾਦਲ ਪਰਿਵਾਰ ਦੇ ਉੱਪਰ, ਉਸ ਮਾਮਲੇ ਤੇ ਗੱਲਬਾਤ ਕਰਾਂਗੇ। ਤੇ ਉਸ ਤੋਂ ਬਾਅਦ ਗੱਲਬਾਤ ਕਰਾਂਗੇ ਕਿ ਕਾਂਗਰਸ ਦਾ ਕਾਟੋ ਕਲੇਸ਼ ਜਿਹੜਾ ਇੱਕ ਵਾਰ ਫਿਰ ਤੋਂ ਦਿੱਲੀ ਪਹੁੰਚ ਗਿਆ ਹੈ। ਦਿੱਲੀ ਦੇ ਵਿੱਚ ਕਾਂਗਰਸੀ ਵਿਧਾਇਕਾਂ ਦੇ ਵੱਲੋਂ ਆਪਣੇ ਹੀ ਮੁੱਖ ਮੰਤਰੀ ਤੇ ਫੋਨ ਟਾਈਪਿੰਗ ਦੇ ਜਿਹੜੇ ਇਲਜ਼ਾਮ ਲਗਾਏ ਗਏ ਆ, ਕੌਣ ਉੱਥੇ ਗਿਆ ਤੇ ਕਿਹੜੇ ਮੁੱਖ ਮੰਤਰੀ ਦੇ ਖਿਲਾਫ ਇਹ ਇਲਜ਼ਾਮ ਲੱਗੇ ਨੇ, ਆਖਿਰ ਮਾਮਲਾ ਕੀ ਹੈ। ਸਚਿਨ ਪਾਇਲਟ ਤੇ ਨਵਜੋਤ ਸਿੰਘ ਸਿੱਧੂ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਅੰਦਰ ਤੇ ਰਾਜਸਥਾਨ ਦੇ ਅੰਦਰ ਆਪਣੀ ਸੂਬੇ ਦੀ ਸੀਨੀਅਰ ਲੀਡਰਸ਼ਿਪ ਦੇ ਖਿਲਾਫ ਜਿਹੜੇ ਸਰਗਰਮ ਹੋਏ ਨੇ, ਕੀ ਕਾਰਨ ਹੈ, ਕਿਸ ਤਰੀਕੇ ਦੇ ਨਾਲ ਹੁਣ ਕਾਂਗਰਸ ਹਾਈ ਕਮਾਨ ਜਿਹੜੀ ਹੈ ਇਸ ਮਾਮਲੇ ਨੂੰ ਠੰਡਾ ਕਰੇਗੀ, ਇਸ ਤੇ ਗੱਲਬਾਤ ਕਰਾਂਗੇ। ਤੇ ਉਸ ਤੋਂ ਬਾਅਦ ਨਾਲ ਹੀ ਗੱਲਬਾਤ ਕਰਾਂਗੇ ਕਿ ਹਰਵਿੰਦਰ ਸਿੰਘ ਫੂਲਕਾ HS ਫੂਲਕਾ ਦੇ ਵੱਲੋਂ ਨਵਜੋਤ ਸਿੰਘ ਸਿੱਧੂ ਨੂੰ ਇੱਕ ਚਿੱਠੀ ਲਿਖੀ ਗਈ ਹੈ। ਉਹਦੇ ਵਿੱਚ ਇੱਕ ਤਰੀਕੇ ਦੇ ਨਾਲ ਨਵਜੋਤ ਸਿੰਘ ਸਿੱਧੂ ਦੀ ਫੂਲਕਾ ਦੇ ਵੱਲੋਂ ਪਿੱਠ ਥਾਪੜੀ ਗਈ ਹੈ ਤੇ ਨਾਲ ਹੀ ਨਾਲ ਉਹਨਾਂ ਦੇ ਵੱਲੋਂ ਰੇਤ ਮਾਫੀਆ ਦੇ ਸੰਬੰਧ ਦੇ ਵਿੱਚ ਇੱਕ ਰਿਪੋਰਟ ਜਿਹੜੀ ਹੈ ਉਹ ਜਨਤਕ ਕਰਨ ਲਈ ਨਵਜੋਤ ਸਿੰਘ ਸਿੱਧੂ ਨੂੰ ਕਿਹਾ ਗਿਆ। ਹੋਰ ਬਹੁਤ ਕੁਝ ਕਿਹਾ ਗਿਆ ਨਵਜੋਤ ਸਿੰਘ ਸਿੱਧੂ ਨੂੰ HS ਫੂਲਕਾ ਦੇ ਵੱਲੋਂ। ਪੂਰੀ ਜਿਹੜੀ ਚਿੱਠੀ ਹੈ ਉਹ ਵੀ ਪੜ੍ਹ ਕੇ ਸੁਣਾਵਾਂਗੇ। ਇਹਨਾਂ ਤਮਾਮ ਖਬਰਾਂ ਤੇ ਕਰਾਂਗੇ ਗੱਲਬਾਤ, ਵਿਚਾਰ ਚਰਚਾ ਕਰਾਂਗੇ ਤੇ ਮੇਰਾ ਰਾਜਨੀਤਿਕ ਮਾਹਰ ਦੇ ਤੌਰ ਤੇ ਡਾਕਟਰ ਭੀਮਿੰਦਰ ਸਿੰਘ ਜੁੜੇ ਹੋਏ ਨੇ। ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰ ਲੈਂਦੇ ਆ। ਡਾਕਟਰ ਸਾਹਿਬ ਸਵਾਗਤ ਹੈ ਪ੍ਰੋਗਰਾਮ ਵਿੱਚ। ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ, ਧੰਨਵਾਦ ਸੁਖਵਿੰਦਰ ਜੀ। ਡਾਕਟਰ ਸਾਹਿਬ ਕਿਵੇਂ ਦੇਖਦੇ ਹੋ ਜੀ ਜਿਹੜਾ ਇਹ ਪੂਰਾ ਐਪੀਸੋਡ? ਮੈਂ ਤੁਹਾਨੂੰ ਪਹਿਲਾਂ ਦੱਸ ਚੁੱਕਿਆ ਕਿ SIT ਦੇ ਵੱਲੋਂ ਜਿਹੜਾ ਬੇਅਦਬੀ ਮਾਮਲਿਆਂ ਦੇ ਵਿੱਚ ਜਿਹੜੀ ਜਾਂਚ ਚੱਲ ਰਹੀ ਹੈ ਉਹਦੇ ਵਿੱਚ ਤੀਜੀ ਲਿਆਂਦੀ ਗਈ ਹੈ ਤੇ ਹੁਣ ਪ੍ਰਕਾਸ਼ ਸਿੰਘ ਬਾਦਲ ਜਿਹੜੇ ਸਾਬਕਾ ਮੁੱਖ ਮੰਤਰੀ, ਉਸ ਸਮੇਂ ਮੁੱਖ ਮੰਤਰੀ ਸੀਗੇ ਬੇਅਦਬੀ ਤੇ ਗੋਲੀकांड ਦੇ ਮਾਮਲਿਆਂ ਦੇ ਵਿੱਚ, ਉਸ ਟਾਈਮ ਜਦੋਂ ਹੋਇਆ ਇਹ ਸਾਰਾ ਐਪੀਸੋਡ ਉਦੋਂ ਮੁੱਖ ਮੰਤਰੀ ਸੀ ਤੇ ਹੁਣ ਜਿਹੜਾ ਉਹਨਾਂ ਨੂੰ ਤਲਬ ਕੀਤਾ ਗਿਆ SIT ਦੇ ਵੱਲੋਂ, ਕਿਵੇਂ ਦੇਖਦੇ? ਇਸ ਤੋਂ ਪਹਿਲਾਂ ਵੀ ਹਾਲਾਂਕਿ ਪ੍ਰਕਾਸ਼ ਸਿੰਘ ਬਾਦਲ ਨੂੰ ਤਲਬ ਕਰ ਚੁੱਕੀਆਂ ਨੇ SITਆਂ, ਪਰ ਹੁਣ ਜਿਸ ਤਰੀਕੇ ਦੇ ਨਾਲ SIT ਦੇ ਵੱਲੋਂ ਤਲਬ ਕੀਤਾ ਗਿਆ, ਕਿਵੇਂ ਦੀਆਂ ਪਰਿਸਥਿਤੀਆਂ ਜਿਹੜੀਆਂ ਨਵੀਆਂ ਰਹਿਣ ਵਾਲੀਆਂ? ਸੁਖਵਿੰਦਰ ਜੀ, ਜਿਵੇਂ ਆਪਾਂ ਨੂੰ ਪਤਾ ਹੈ ਕਿ ਜਿਉਂ-ਜਿਉਂ ਚੋਣਾਂ ਨੇੜੇ ਆ ਰਹੀਆਂ ਨੇ 22 ਦੀਆਂ ਵਿਧਾਨ ਸਭਾ ਦੀਆਂ, ਔਰ ਉਹਦੇ ਦੌਰਾਨ ਜਿਹੜੀ ਹੈਗੀ ਹੈ ਇਸ ਤਰ੍ਹਾਂ ਦੀਆਂ ਤੇਜ਼ੀ ਤੁਸੀਂ ਹਰ ਪੱਖ ਦੇ ਵਿੱਚ ਦੇਖੋਗੇ। ਪਰ ਜਿੱਥੋਂ ਤੱਕ ਜਿਵੇਂ ਤੁਸੀਂ ਵੀ ਕਿਹਾ ਕਿ ਬਾਦਲ ਸਾਹਿਬ ਨੂੰ ਜਾਂ ਵੱਡੇ ਬਾਦਲ ਜਾਂ ਛੋਟੇ ਬਾਦਲ ਸਾਹਿਬ ਨੂੰ ਪਹਿਲਾਂ ਵੀ ਸਿੱਟ ਜਿਹੜੀ ਹੈਗੀ ਹੈ ਤਲਬ ਕਰਦੀ ਰਹੀ ਹੈ, ਬੁਲਾਉਂਦੀ ਰਹੀ ਹੈ। ਔਰ ਵੱਡੀ ਗੱਲ ਇਹ ਹੈ ਕਿ ਜਦੋਂ ਉਹਨਾਂ ਦਾ ਰਾਜ ਰਿਹਾ ਹੈ, ਖਾਸ ਤੌਰ ਤੇ 15 ਤੋਂ ਬਾਅਦ ਜਿਹੜਾ 17 ਤੱਕ ਆਪਾਂ ਕਹਿ ਸਕਦੇ ਹਾਂ ਕਿ 2 ਸਾਲ ਲਗਾਤਾਰ ਰਾਜ ਰਿਹਾ ਹੈ, ਤਾਂ ਉਸ ਰਾਜ ਦੇ ਦੌਰਾਨ ਕੀ ਸਾਨੂੰ ਉਮੀਦ ਕੀਤੀ ਜਾਣੀ ਚਾਹੀਦੀ ਹੈ ਕਿ ਉਸ ਕਿਸਮ ਦੇ ਸਬੂਤ ਉਹਨਾਂ ਨੇ ਕੋਈ ਛੱਡੇ ਹੋਣਗੇ ਜਿਹਦੇ ਕਰਕੇ ਬਾਦਲ ਪਰਿਵਾਰ ਨੂੰ ਜਾਂ ਬਾਦਲ ਸਾਹਿਬ ਨੂੰ, ਵੱਡੇ ਬਾਦਲ ਸਾਹਿਬ ਨੂੰ ਜਾਂ ਛੋਟੇ ਬਾਦਲ ਸਾਹਿਬ ਨੂੰ ਸਲਾਖਾਂ ਦੇ ਪਿੱਛੇ ਲਿਆਂਦਾ ਜਾ ਸਕੇਗਾ। ਮੈਂ ਇਹ ਕਹਿਣਾ ਚਾਹਣਾ, ਮੇਰਾ ਮਤਲਬ ਕਹਿਣ ਦਾ ਇਹ ਹੈ ਕਿ ਜਿਸ ਤਰ੍ਹਾਂ 84 ਦੇ ਦੌਰਾਨ, 84 ਤੋਂ ਬਾਅਦ ਲਗਾਤਾਰ ਸਿੱਟਾਂ ਬਣਦੀਆਂ ਰਹੀਆਂ, ਲਗਾਤਾਰ ਕਮਿਸ਼ਨ ਬਣਦੇ ਰਹੇ, ਉਹਦਾ ਕੋਈ ਸਿੱਟਾ ਨਹੀਂ ਨਿਕਲਿਆ, ਉਸੇ ਤਰ੍ਹਾਂ ਇਹਨਾਂ ਸਿੱਟਾਂ ਦਾ ਵੀ ਇਹੀ ਹਾਲ ਹੋਏਗਾ ਕਿ ਅਖੀਰ ਨੂੰ ਤਲਬ ਸਾਰੇ ਹੋਣਗੇ। ਪਹਿਲਾਂ ਵੀ ਜਿਵੇਂ ਆਪਾਂ ਨੂੰ ਪਤਾ ਹੈ ਕਿ ਕੁੰਵਰ ਵਿਜੇ ਪ੍ਰਤਾਪ ਸਿੰਘ ਹੋਰਾਂ ਨੇ ਲਗਾਤਾਰ ਉਹ ਕੋਸ਼ਿਸ਼ ਕਰਦੇ ਰਹੇ ਕਿ ਇਹਨਾਂ ਨੂੰ ਤਲਬ ਕੀਤਾ ਜਾਏ, ਔਰ ਕੁੰਵਰ ਵਿਜੇ ਪ੍ਰਤਾਪ ਸਿੰਘ ਹੋਰਾਂ ਨੂੰ ਇਸੇ ਕਰਕੇ ਧਮਕੀਆਂ ਵੀ ਮਿਲਦੀਆਂ ਰਹੀਆਂ ਸੀਗੀਆਂ। ਤੁਹਾਨੂੰ ਵੀ ਯਾਦ ਹੋਏਗਾ ਕਿ ਕੁੰਵਰ ਵਿਜੇ ਪ੍ਰਤਾਪ ਸਿੰਘ ਹੋਰੀ ਬਾਰ-ਬਾਰ ਇਹ ਮੀਡੀਆ 'ਚ ਆ ਕੇ ਕਹਿੰਦੇ ਰਹੇ ਕਿ ਜੇ ਮੈਂ ਉਹਨਾਂ ਨੂੰ ਤਲਬ ਕਰਦਾ ਹਾਂ ਤਾਂ ਉਹ ਮੈਨੂੰ ਧਮਕੀਆਂ ਦਿਵਾਉਂਦੇ ਨੇ। ਸੋ ਇਸ ਕਰਕੇ ਵੱਡੇ ਬਾਦਲ ਸਾਹਿਬ ਹੋਣ ਚਾਹੇ ਛੋਟੇ ਬਾਦਲ ਸਾਹਿਬ ਹੋਣ, ਮੇਰਾ ਕਹਿਣ ਦਾ ਮਤਲਬ ਹੈ ਕਿ ਇੱਕ ਤਾਂ ਗੱਲ ਹੈ ਕਿ ਨਿਆਂ ਜਿਹੜਾ ਹੈਗਾ ਸਬੂਤਾਂ ਦੇ ਆਧਾਰ ਤੇ ਮਿਲਣਾ ਹੈ। ਜਦੋਂ ਆਪਾਂ ਨੂੰ ਪਤਾ ਹੈ ਕਿ ਸਬੂਤ ਸਾਰਿਆਂ ਨੂੰ ਵੀ ਪਤਾ ਹੈ ਕਿ ਜਿਵੇਂ ਤੁਸੀਂ ਵੀ ਕਹਿ ਰਹੇ ਹੋ ਕਿ ਉਸ ਵੇਲੇ ਉਹਨਾਂ ਦੀ ਸਰਕਾਰ ਹੈ ਔਰ ਮੁੱਖ ਮੰਤਰੀ ਵੱਡੇ ਬਾਦਲ ਸਾਹਿਬ ਨੇ, ਜਿਹੜੇ ਨੇ ਛੋਟੇ ਜਿਹੜੇ ਨੇ ਉਹ ਗ੍ਰਹਿ ਮੰਤਰੀ ਨੇ ਬਾਦਲ ਸਾਹਿਬ, ਸੁਖਬੀਰ ਬਾਦਲ ਜੀ। ਸੋ ਜੇ ਉਹਨਾਂ ਦੀ ਜ਼ਿੰਮੇਵਾਰੀ ਨਹੀਂ ਬਣਦੀ ਤਾਂ ਇਹ ਸਾਰਿਆਂ ਨੂੰ ਪਤਾ ਹੈ ਕਿ ਜਿਹੜੀ ਕਸੂਰਵਾਰ ਤਾਂ ਜਿਹਨੇ ਆਰਡਰ ਦਿੱਤਾ ਗੋਲੀ ਦਾ ਉਹ ਹੁੰਦਾ ਅਕਸਰ, ਔਰ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਹੈ। ਔਰ ਉਹਨਾਂ ਨੇ ਆਪਣੀ ਜ਼ਿੰਮੇਵਾਰੀ ਜਿਹੜੀ ਹੈਗੀ ਹੈ ਤੈਅ ਨਹੀਂ ਕੀਤੀ, ਚਾਹੇ 2 ਸਾਲ ਉਹਨਾਂ ਨੇ ਵੀ, ਆਪਾਂ ਨੂੰ ਪਤਾ ਹੈ ਕਿ ਲੰਮਾ ਸਮਾਂ ਜਿਹੜਾ ਹੁੰਦਾ 2 ਸਾਲ ਦਾ, ਕਿ ਉਹਦੇ ਵਿੱਚ ਤੁਸੀਂ ਜਿਹੜੇ ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਕਰ ਸਕਦੇ ਸੀਗੇ। ਪਰ ਪੰਜਾਬ ਦੇ ਲੋਕ ਜਾਣਦੇ ਨੇ ਕਿ ਉਹਨਾਂ ਨੇ ਅਜਿਹਾ ਨਹੀਂ ਕੀਤਾ। ਉਸ ਤੋਂ ਬਾਅਦ 4.5 ਸਾਲ ਜਿਹੜੇ ਨੇ ਕੈਪਟਨ ਸਾਹਿਬ ਨੂੰ ਹੋ ਗਏ। ਸੋ ਇੱਥੋਂ ਤਾਂ ਸ਼ਰੇਆਮ ਇਹ ਪਤਾ ਲੱਗ ਰਿਹਾ ਹੈ ਕਿ ਜਿਹੜੀਆਂ ਵੱਡੀਆਂ ਧਿਰਾਂ ਨੇ ਉਹ ਆਪਸ ਦੇ ਵਿੱਚ ਮਿਲ ਕੇ ਜਿਹੜਾ ਹੈਗਾ ਲੋਕਾਂ ਨੂੰ ਬੁੱਧੂ ਬਣਾਉਣ ਦੀ ਕੋਸ਼ਿਸ਼ ਕਰ ਰਹੀਆਂ ਨੇ। ਸਿੱਟਾਂ ਹੋਰ ਵੀ ਬਣਨਗੀਆਂ, ਆਪਾਂ ਨੇ, ਮੈਂ ਪਹਿਲਾਂ ਵੀ ਇਹ ਗੱਲ ਕਹੀ ਸੀਗੀ, ਕਮਿਸ਼ਨ ਹੋਰ ਵੀ ਬਹੁਤ ਬਣਨਗੇ, ਔਰ ਤਲਬ ਜਿਹੜੀ ਹੈਗੀ ਹੈ
ਉਹਨਾਂ ਨੂੰ ਕੀਤਾ ਜਾਏਗਾ, ਬਾਰ-ਬਾਰ ਵੱਡੇ ਬਾਦਲ ਨੂੰ ਵੀ ਕੀਤਾ ਜਾਏਗਾ, ਛੋਟੇ ਨੂੰ ਵੀ ਕੀਤਾ ਜਾਏਗਾ। ਇਸ ਤਰ੍ਹਾਂ ਦਾ ਸਿਲਸਿਲਾ ਲਗਾਤਾਰ ਚੱਲਦਾ ਰਹੇਗਾ। ਪਰ ਅਖੀਰ ਨੂੰ ਮੈਂ ਇੱਕ ਜਿਹੜੀ ਗੱਲ ਕਹਿਣੀ ਚਾਹੁੰਦਾ ਕਿ ਉਹਦੇ ਵਿੱਚ ਨਿਆਂ ਜਿਹੜਾ ਹੈਗਾ ਨਹੀਂ ਮਿਲੇਗਾ। ਜਿਵੇਂ 84 ਦੇ ਵਿੱਚ ਸਿੱਖਾਂ ਨੂੰ ਨਿਆਂ ਨਹੀਂ ਮਿਲਿਆ, ਉਸੇ ਤਰ੍ਹਾਂ ਦੀ ਗੱਲ ਜਿਹੜੀ ਹੈਗੀ ਹੈ ਇਹ ਘਟਨਾਵਾਂ ਦੀ ਹੋਏਗੀ। ਔਰ ਲਗਾਤਾਰ ਜਿਹੜੀਆਂ ਕਿ ਪੇਸ਼ੀਆਂ ਤੇ ਪੇਸ਼ੀਆਂ ਪੈਂਦੀਆਂ ਜਾਣਗੀਆਂ, ਅਦਾਲਤਾਂ ਦੇ ਵਿੱਚ ਜਿਹੜੇ ਨੇ ਚੱਕਰ ਲਾਉਂਦੇ ਜਾਣਗੇ, ਪਰ ਜਿਹੜੇ ਹੈਗੇ ਨੇ ਦੋਸ਼ੀਆਂ ਨੂੰ ਫੜਿਆ ਨਹੀਂ ਜਾਏਗਾ। ਔਰ ਜਿਹੜੇ ਵਿਚਾਰੇ ਨੌਜਵਾਨ ਸਾਡੇ ਸ਼ਹੀਦ ਹੋ ਗਏ, ਉਹਨਾਂ ਦੀ ਜਿਹੜੀ ਹੈਗੀ ਉਹਨਾਂ ਨੂੰ ਨਿਆਂ ਮਿਲਣ ਦੀ ਇੱਥੇ ਕੋਈ ਸੰਭਾਵਨਾਵਾਂ ਨਜ਼ਰ ਨਹੀਂ ਆਉਂਦੀ। ਮੈਨੂੰ ਫਿਰ ਪਾਤਰ ਸਾਹਿਬ ਦਾ ਇੱਕ ਸ਼ੇਰ ਯਾਦ ਆਉਂਦਾ ਹੈ, ਇਸ ਅਦਾਲਤ 'ਚ ਬੰਦੇ ਬਿਰਖ ਹੋ ਗਏ, ਫੈਸਲੇ ਸੁਣਦਿਆਂ ਸੁੱਕ ਗਏ, ਆਖੋ ਇਹਨਾਂ ਨੂੰ ਜਿਹੜੇ ਕਰੀ ਜਾਣ ਹੁਣ, ਇਹ ਕਦੋਂ ਤੀਕ ਇੱਥੇ ਖੜੇ ਰਹਿਣਗੇ। ਸੋ ਇਸ ਕਰਕੇ ਮੈਨੂੰ ਲੱਗਦਾ ਹੈ ਕਿ ਅਦਾਲਤਾਂ ਤੋਂ, ਸਾਡੀਆਂ ਜਿਹੜੀਆਂ ਸਿੱਟਾਂ ਤੋਂ ਜਾਂ ਕਮਿਸ਼ਨਾਂ ਤੋਂ ਇੱਦਾਂ ਦੀ ਬਿਆਨ ਜਿਹੜੇ ਹੈਗੇ, ਇੱਦਾਂ ਦੇ ਨਿਆਂ ਮਿਲਣ ਦੀ ਸੰਭਾਵਨਾਵਾਂ ਬਹੁਤ ਘੱਟ ਹੈ। ਕਿਉਂਕਿ ਜਿੰਨੀ ਦੇਰ ਸਰਕਾਰ ਦੀ ਨੀਤ ਔਰ ਨੀਤੀ ਸਾਫ਼ ਨਹੀਂ ਹੈ, ਉਨੀ ਦੇਰ ਜਿਹੜੀਆਂ ਇਹ ਗੱਲਾਂ ਜਿਹੜੀਆਂ ਨਹੀਂ ਵਾਪਰ ਸਕਦੀਆਂ। ਸੋ ਇਸ ਕਰਕੇ ਬੇਸ਼ੱਕ ਕੱਲ ਜਿਹੜਾ ਆਪਾਂ ਨੂੰ ਕੱਲ ਜਿਹੜੀ ਨਿਊਜ਼ ਆਈ ਹੈ ਉਹਦੇ ਵਿੱਚ ਕਿਹਾ ਗਿਆ ਕਿ ਅਸੀਂ ਬਾਦਲ ਸਾਹਿਬ ਨੂੰ ਤਲਬ ਕਰਾਂਗੇ, ਵੱਡੇ ਬਾਦਲ ਸਾਹਿਬ ਨੂੰ, ਪਰ ਨਤੀਜਾ ਜਿਹੜਾ ਸਿੱਟ ਦਾ ਨਤੀਜਾ ਹੈ। ਜਦੋਂ ਪਹਿਲਾਂ ਐਸਆਈਟੀ ਦੇ ਵੱਲੋਂ ਪੁੱਛਗਿੱਛ ਕੀਤੀ ਗਈ ਸੀਗੀ ਬਾਦਲ ਸਾਹਿਬ ਤੋਂ, ਤਾਂ ਉਦੋਂ ਐਸਆਈਟੀ ਉਦੋਂ ਵੀ ਉਹਨਾਂ ਦੇ ਘਰ ਹੀ ਗਈ ਸੀ। ਹੁਣ ਤਾਂ ਬਾਦਲ ਸਾਹਿਬ ਦੀ ਸਿਹਤ ਜਿਹੜੀ ਬਜ਼ੁਰਗ ਉਦੋਂ ਵੀ ਹੋ ਗਏ ਨੇ, ਕਿਉਂਕਿ 2 ਸਮਾਂ ਹੋ ਗਿਆ ਤੇ ਸਿਹਤ ਵੀ ਹੋਈ ਨਹੀਂ। ਕਿਉਂਕਿ ਕੱਲ ਵੀ ਜਦੋਂ ਗੱਠਜੋੜ ਹੋਇਆ ਬੀਐਸਪੀ ਦਾ, ਤੇ ਉਹਦਾ ਬਾਦਲ ਨਹੀਂ ਪਹੁੰਚੇ ਤੇ ਸਾਰੇ ਜਿਹੜੇ ਜਾ ਕੇ ਜਿਹੜੇ ਉੱਥੇ ਘਰੇ ਹੀ ਮਿਲ ਕੇ ਆਏ ਨੇ ਬਜ਼ੁਰਗ ਦੇ ਤੌਰ ਤੇ, ਆਸ਼ੀਰਵਾਦ ਕਹਿੰਦੇ ਅਸੀਂ ਲੈ ਕੇ ਆਏ ਹਾਂ। ਤੇ ਕੀ ਲੱਗਦਾ ਕਿ ਐਸਆਈਟੀ ਇੱਕ ਵਾਰ ਫਿਰ ਤੋਂ ਬਾਦਲ ਦੇ ਕੋਲ ਘਰੇ ਹੀ ਜਾਵੇਗੀ ਪੁੱਛਗਿੱਛ ਕਰਨ ਦੇ ਲਈ? ਤੇ ਦੂਜਾ ਜਿਹੜਾ ਪਿਛਲੀ ਵਾਰ ਜਿਸ ਤਰੀਕੇ ਦੇ ਨਾਲ ਪੁੱਛਗਿੱਛ ਹੋਈ ਸੀ, ਇਸ ਵਾਰ ਵੀ ਉਹੋ ਜਿਹੀਆਂ ਪਰਿਸਥਿਤੀਆਂ ਰਹਿਣ ਵਾਲੀਆਂ ਨੇ ਪੁੱਛਗਿੱਛ ਦੇ ਦੌਰਾਨ? ਉਹੀ ਸਵਾਲਾਤ ਹੋਣਗੇ ਜਾਂ ਉਸ ਤੋਂ ਬਦਲਣ ਵਾਲੇ ਹੋਣਗੇ ਹਾਲਾਤ? ਦੇਖੋ, ਹੋ ਸਕਦਾ ਹੈ ਕਿ ਜਿਵੇਂ ਆਪਾਂ ਨੂੰ ਪਤਾ ਹੈ ਕਿ ਇਲੈਕਸ਼ਨਾਂ ਨੇੜੇ ਆ ਰਹੀਆਂ ਨੇ, ਔਰ ਇਲੈਕਸ਼ਨਾਂ ਦੇ ਵਿੱਚ ਕੈਪਟਨ ਸਾਹਿਬ ਨੇ ਥੋੜਾ ਜਿਹਾ ਇਹ ਵੀ ਦਿਖਾਉਣਾ ਕਿ ਦੇਖੋ ਜੀ, ਮੈਂ ਬਹੁਤ ਕੁਝ ਕਰ ਰਿਹਾ ਇਸ ਕਾਂਡ ਦੇ ਲਈ, ਔਰ ਮੈਂ ਨਵੀਆਂ ਸਿੱਟਾਂ ਵੀ ਬਣਾਈਆਂ ਨੇ, ਮੈਂ ਬਹੁਤ ਕੁਝ ਜਿਹੜਾ ਹੈਗਾ ਇਹਦੇ 'ਚ ਕਰਤਾ। ਪਿਛਲੇ ਦਿਨਾਂ 'ਚ ਵੀ ਆਪਾਂ ਨੂੰ ਸਾਰਿਆਂ ਨੂੰ ਯਾਦ ਹੈ ਕਿ ਜਿਹੜੇ ਨੇ 6 ਪ੍ਰੇਮੀਆਂ ਨੂੰ ਜਿਹੜਾ ਹੈਗਾ ਸੀ ਗ੍ਰਿਫਤਾਰ ਕੀਤਾ ਗਿਆ ਸੀਗਾ। ਸੋ ਇਸ ਕਰਕੇ ਮੈਨੂੰ ਇਹ ਲੱਗਦਾ ਹੈ ਕਿ ਹੋ ਸਕਦਾ ਥੋੜੀ ਬਹੁਤ ਚੇਂਜ ਹੋ ਜਾਏ, ਪਰ ਅਖੀਰ ਨੂੰ ਜਿਹੜੀ ਮੈਂ ਗੱਲ ਕਹਿਣ ਦੀ ਕੋਸ਼ਿਸ਼ ਕਰ ਰਿਹਾ ਕਿ ਜਿਹੜਾ ਸਿੱਟਾ ਨਿਕਲਣਾ ਹੈ, ਜਿਹਦੇ ਬਾਰੇ ਕੈਪਟਨ ਸਾਹਿਬ ਨੇ ਕਦੇ ਕਿਹਾ ਸੀਗਾ ਕਿ ਮੈਂ ਜਿਹੜੇ ਵੀ ਦੋਸ਼ੀ ਨੇ, ਚਾਹੇ ਉਹਨਾਂ ਨੇ ਬਕਾਇਦਾ ਤੌਰ ਤੇ ਨਾਮ ਲੈ ਕੇ ਕਿਹਾ ਸੀਗਾ ਕਿ ਵੱਡੇ ਬਾਦਲ ਸਾਹਿਬ ਹੋਣ ਚਾਹੇ ਛੋਟੇ ਬਾਦਲ ਸਾਹਿਬ ਹੋਣ, ਉਹਨਾਂ ਨੇ ਕਿਹਾ ਸੀਗਾ ਮੈਨੂੰ ਪਤਾ ਹੈ ਕਿਹੜੇ ਦੋਸ਼ੀ ਨੇ ਔਰ ਮੈਂ ਉਹਨਾਂ ਨੂੰ ਸਲਾਖਾਂ ਦੇ ਪਿੱਛੇ ਦੇਵਾਂਗਾ, ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਕਰ ਦਿਆਂਗਾ। ਪਰ ਆਪਾਂ ਨੂੰ ਵੀ ਪਤਾ ਹੈ ਕਿ 4.5 ਸਾਲ ਹੋ ਗਏ। ਸੋ ਇਸ ਕਰਕੇ ਉਮੀਦਾਂ ਜਿਹੜੀਆਂ ਨੇ ਬਹੁਤ ਘੱਟ ਨੇ ਪੰਜਾਬ ਦੇ ਲੋਕਾਂ ਨੂੰ। ਸੋ ਇਦਾਂ ਦੀਆਂ ਜਿਹੜੀਆਂ ਨੇ ਸਿੱਟਾਂ ਬਣਨਗੀਆਂ, ਤਲਬ ਕੀਤੇ ਜਾਣਗੇ, ਪੇਸ਼ੀਆਂ ਪੈਣਗੀਆਂ, ਪਰ ਮੈਂ ਫੇਰ ਦੁਬਾਰਾ ਜਿਹੜੀ ਬਹੁਤ ਆਪਾਂ ਨੂੰ ਸਮਝਣ ਦੀ ਗੱਲ ਹੈ ਕਿ ਇਹਦੇ ਚੋਂ ਸਿੱਟਾ ਨਹੀਂ ਨਿਕਲੇਗਾ ਕੋਈ। ਸਿੱਟਾਂ ਬਣਦੀਆਂ ਰਹਿਣਗੀਆਂ, ਸਿੱਟਾ ਜਿਹੜਾ ਹੈਗਾ ਬੇਸਿੱਟਾ ਰਹੇਗਾ। ਔਰ ਬਾਦਲ ਸਾਹਿਬ ਨੂੰ 16 ਜੂਨ ਨੂੰ ਜਿਹੜਾ ਐਸਆਈਟੀ ਦੇ ਵੱਲੋਂ ਪੇਸ਼ ਹੋਣ ਨੂੰ ਕਿਹਾ ਗਿਆ, ਹਾਲਾਂਕਿ ਪੇਸ਼ੀ ਚੰਡੀਗੜ੍ਹ ਹੋਵੇਗੀ ਜਾਂ ਫਿਰ ਫਰੀਦਕੋਟ, ਇਸ ਬਾਰੇ ਤਾਂ ਹਾਲੇ ਨਹੀਂ ਕਿਹਾ ਗਿਆ। ਹਾਲਾਂਕਿ ਹੋ ਸਕਦਾ ਕਿ ਇਸ ਕਰਕੇ ਕਿਹਾ ਇਹ ਨਾ ਜਗ੍ਹਾ ਦੱਸੀ ਗਈ ਹੋਵੇ ਕਿਉਂਕਿ ਉਹਨਾਂ ਨੂੰ ਸ਼ਾਇਦ ਪਤਾ ਹੋਵੇ ਕਿ ਬਾਦਲ ਦੀ ਜਿਹੜੀ ਸਿਹਤ ਆ ਨਾਸਾਜ਼ ਹੋਣ ਦੇ ਕਾਰਨ ਉਹ ਸ਼ਾਇਦ ਨਾ ਆ ਸਕਣ ਤੇ ਸ਼ਾਇਦ ਉਹਨੂੰ ਉੱਥੇ ਜਾਣਾ ਪਵੇ, ਇਸ ਕਰਕੇ ਸ਼ਾਇਦ ਨਾ। ਪਰ 16 ਤਰੀਕ ਨੂੰ ਜਿਹੜੀ ਆ ਬਾਦਲ ਤੋਂ, ਵੱਡੇ ਬਾਦਲ ਪ੍ਰਕਾਸ਼ ਸਿੰਘ ਬਾਦਲ ਤੋਂ ਪੁੱਛਗਿੱਛ ਜਿਹੜੀ ਹੋਵੇਗੀ। ਤਾਂ ਜੇਕਰ ਆਪਾਂ ਅਗਲੀ ਖਬਰ ਦੇ ਵੱਲ ਆਈਏ ਤਾਂ ਕਾਂਗਰਸ ਦਾ ਜਿਹੜਾ ਕਾਟੋ ਕਲੇਸ਼ ਹੈ ਜਿਹੜਾ ਪੰਜਾਬ ਦੇ ਵਿੱਚ ਚੱਲ ਰਿਹਾ ਸੀ, ਹੁਣ ਉਸ ਤੋਂ ਪਹਿਲਾਂ ਜਿਹੜਾ ਰਾਜਸਥਾਨ ਦੇ ਵਿੱਚ ਵੀ ਚੱਲ ਰਿਹਾ ਸੀ, ਪਰ ਕਿਸੇ ਤਰੀਕੇ ਕੁਝ ਦੇਰ ਦੇ ਲਈ ਉਹਨੂੰ ਸ਼ਾਂਤ ਕਰਵਾ ਲਿਆ ਗਿਆ। ਬੇਸ਼ੱਕ ਉਹਦੇ ਵਿੱਚ ਆਪਣਾ ਅਹੁਦਾ ਉਪ ਮੁੱਖ ਮੰਤਰੀ ਦਾ ਸਚਿਨ ਪਾਇਲਟ ਨੇ ਗਵਾ ਲਿਆ ਤੇ ਰਿਪੋਰਟ ਉੱਥੇ ਬਣਾਈ, ਇੱਕ ਕਮੇਟੀ ਬਣਾਈ ਗਈ, ਉੱਥੇ ਵੀ ਰਿਪੋਰਟ ਤਿਆਰ ਹੋਈ। ਹਾਲੇ ਤੱਕ ਜਿਹੜੀ ਰਿਪੋਰਟ ਉਡੀਕਦੇ ਸਚਿਨ ਪਾਇਲਟ ਬੈਠੇ ਨੇ। ਸੇਮ ਪਰਿਸਥਿਤੀਆਂ ਬਣੀਆਂ ਸੀਗੀਆਂ, ਜਿਸ ਤਰੀਕੇ ਨਾਲ ਪੰਜਾਬ ਦੇ ਵਿੱਚ ਪਰਿਸਥਿਤੀਆਂ ਬਣੀਆਂ, ਉਹੋ ਜਿਹੀਆਂ ਪਰਿਸਥਿਤੀਆਂ ਉੱਥੇ ਬਣੀਆਂ ਸੀ। ਉੱਥੇ ਵੀ ਪਹਿਲਾਂ ਕਮੇਟੀ ਬਣਾਈ ਗਈ, ਫਿਰ ਇੱਥੇ ਵੀ ਕਮੇਟੀ ਬਣਾਈ ਗਈ। ਇੱਥੇ ਵੀ ਰਿਪੋਰਟ ਦੀ ਉਡੀਕ ਦੇ ਵਿੱਚ ਇੱਥੋਂ ਦੀ ਕਾਂਗਰਸ ਤੇ ਰਾਜਸਥਾਨ ਦੀ ਕਾਂਗਰਸ ਵੀ ਜਿਹੜੀ ਰਿਪੋਰਟ ਦੀ ਉਡੀਕ ਦੇ ਵਿੱਚ ਹੈ। ਤੇ ਉਡੀਕ ਦੇ ਹੁਣ ਸਬਰ ਦਾ ਬੰਨ ਜਿਹੜਾ ਸਚਿਨ ਪਾਇਲਟ ਦਾ ਟੁੱਟ ਚੁੱਕਿਆ। ਉਹ ਖੁਦ ਵੀ ਕਹਿੰਦੇ ਦਿੱਲੀ ਬੈਠ ਗਏ ਨੇ। ਅਜੇ ਮਾਂਕਨ ਜਿਹੜੇ ਉੱਥੋਂ ਦੇ ਰਾਜਸਥਾਨ ਮਾਮਲਿਆਂ ਦੇ ਇੰਚਾਰਜ ਹੈ, ਤੇ ਨਾਲ ਹੀ ਨਾਲ ਜਿਹੜੇ ਕੇਸੀ ਵੇਣੂ ਗੋਪਾਲ ਨੇ ਪਾਰਟੀ ਦੇ ਜਨਰਲ ਸੈਕਟਰੀ, ਉਹਨਾਂ ਦੇ ਨਾਲ ਕਹਿੰਦੇ ਮੁਲਾਕਾਤ ਕਰਨਗੇ। ਤੇ ਵੱਡੀ ਖਬਰ ਇਹਦੇ ਵਿੱਚ ਇਹ ਹੈ ਕਿ ਆਪਣੇ ਹੀ ਮੁੱਖ ਮੰਤਰੀ ਦੇ ਖਿਲਾਫ ਕੁਝ ਵਿਧਾਇਕਾਂ ਦੇ ਵੱਲੋਂ ਜਿਹੜੇ ਪਹਿਲਾਂ ਇਲਜ਼ਾਮ ਲਗਾਏ ਸੀ ਕਿ ਅਸ਼ੋਕ ਗਹਿਲੋਤ ਜਿਹੜੇ ਆ ਸਾਡੇ ਫੋਨ ਟਾਈਪ ਕਰਦੇ ਆ, ਤਾਂ ਉਹੀ ਇਲਜ਼ਾਮ ਹੁਣ ਫੇਰ ਲਗਾਏ ਗਏ ਆ ਕਿ ਗੈਰ ਕਾਨੂੰਨੀ ਤੌਰ ਤੇ ਸਾਡੇ ਫੋਨ ਇੱਕ ਵਾਰ ਫਿਰ ਤੋਂ ਸਰਕਾਰ ਦੇ ਵੱਲੋਂ ਟਾਈਪ ਕੀਤੇ ਜਾ ਰਹੇ ਨੇ। ਕਿਵੇਂ ਜੀ?
ਸੁਖਵਿੰਦਰ ਜੀ, ਆਪਾਂ ਪਹਿਲਾਂ ਵੀ ਅਕਸਰ ਗੱਲ ਕਰਦੇ ਹਾਂ ਕਿ ਇਸ ਵੇਲੇ ਜਿਹੜੀ ਪੰਜਾਬ ਦੀ ਕਾਂਗਰਸ ਹੋਵੇ, ਚਾਹੇ ਰਾਜਸਥਾਨ ਦੀ ਕਾਂਗਰਸ ਹੈ, ਚਾਹੇ ਸੈਂਟਰ ਦੀ ਜਿਹੜੀ ਲੀਡਰਸ਼ਿਪ ਹੈ, ਹਾਈ ਕਮਾਂਡ ਜਿਹਨੂੰ ਇਹ ਕਹਿੰਦੇ ਆ, ਉਹ ਇੰਨੀਆਂ ਧਿਰਾਂ ਦੇ ਵਿੱਚ ਵੰਡੀ ਜਾ ਚੁੱਕੀ ਹੈ, ਇੰਨੇ ਗਰੁੱਪਾਂ ਦੇ ਵਿੱਚ ਵੰਡੀ ਜਾ ਚੁੱਕੀ ਹੈ ਕਿ ਉਹਦਾ ਇਕੱਠੇ ਹੋਣਾ ਔਰ ਉਹਦਾ ਇਦਾਂ ਦੇ ਮਸਲੇ ਹੱਲ ਕਰ ਦੇਣਾ, ਉਦਾਂ ਦੀਆਂ ਸੰਭਾਵਨਾਵਾਂ ਨਜ਼ਰ ਨਹੀਂ ਆਉਂਦੀਆਂ। ਬੇਸ਼ੱਕ ਆਪਾਂ ਨੂੰ ਪਤਾ ਹੈ ਕਿ ਪੰਜਾਬ ਦੇ ਵਿੱਚ ਵੀ 3 ਮੈਂਬਰੀ ਕਮੇਟੀ ਬਣਾਈ ਗਈ ਔਰ 3 ਮੈਂਬਰੀ ਕਮੇਟੀ ਨੇ ਆਪਣੀ ਰਿਪੋਰਟ ਵੀ ਸੌਂਪੀ, ਪਰ ਤੁਹਾਨੂੰ ਵੀ ਆਪਾਂ ਨੂੰ ਪਤਾ ਹੈ ਕਿ ਉਸ ਤੋਂ ਪਹਿਲਾਂ ਹੀ ਸਾਰਾ ਕੁਝ ਜਿਹੜਾ ਹੈਗਾ ਹੌਚ-ਪੌਚ ਹੋਇਆ ਪਿਆ। ਔਰ ਰਾਜਸਥਾਨ ਦੀ ਜੇ ਆਪਾਂ ਗੱਲ ਕਰੀਏ, ਰਾਜਸਥਾਨ ਤਾਂ ਪੰਜਾਬ ਨਾਲੋਂ ਵੀ ਜਿਹੜਾ ਹੈਗਾ ਬਹੁਤ ਮਾੜੀ ਹਾਲਤ ਹੈ ਉੱਥੇ। ਔਰ ਵੱਡੀ ਗੱਲ ਇਹ ਹੈ ਕਿ ਪੰਜਾਬ ਦੇ ਵਿੱਚ ਤਾਂ ਹਜੇ ਲੇਟ ਬਗਾਵਤ ਸ਼ੁਰੂ ਹੋਈ ਹੈ, ਉੱਥੇ ਤਾਂ ਬੜੀ ਦੇਰ ਪਹਿਲਾਂ, ਜਿਹੜੀ 1 ਸਾਲ ਪਹਿਲਾਂ ਜਦੋਂ ਆਪਣਾ ਪਾਇਲਟ ਹੋਰਾਂ ਨੇ ਕਰਤੀ ਸੀਗੀ। ਔਰ ਵੱਡੀ ਗੱਲ ਜਿਹੜੀ ਸਮਝਣ ਵਾਲੀ ਹੈ ਰਾਜਸਥਾਨ ਦੀ ਕਿ ਸਚਿਨ ਪਾਇਲਟ ਹੋਰਾਂ ਦਾ ਉੱਥੇ ਸਰਕਾਰ ਬਣਾਉਣ ਦੇ ਵਿੱਚ ਬਹੁਤ ਵੱਡਾ ਯੋਗਦਾਨ ਰਿਹਾ ਹੈ। ਔਰ ਕਿਉਂਕਿ ਗਹਿਲੋਤ ਹੋਰੀ ਜਿਹੜੇ ਨੇ ਉੱਥੋਂ ਦੇ ਇਸ ਵੇਲੇ ਮੁੱਖ ਮੰਤਰੀ ਨੇ, ਹਾਲਾਂਕਿ ਪੁਰਾਣੇ ਉਹ ਟਕਸਾਲੀ ਕਾਂਗਰਸੀ ਨੇ, ਪਰ ਸਚਿਨ ਪਾਇਲਟ ਨੂੰ ਅੱਗੇ ਲਿਜਾ ਕੇ ਜਿਹੜੀ ਨੌਜਵਾਨ ਵੋਟ ਸੀਗੀ, ਉਹ ਇੱਕ ਵਾਰੀ ਉੱਥੇ ਹਾਰ ਰਹੀ ਸੀਗੀ ਸਾਰੀ ਰਾਜਸਥਾਨ ਦੇ ਵਿੱਚ ਕਾਂਗਰਸ। ਪਰ ਸਚਿਨ ਪਾਇਲਟ ਜਦੋਂ ਅੱਗੇ ਆਏ ਤਾਂ ਉਹਨਾਂ ਦੀ ਬਦੌਲਤ ਜਿਹੜੀ ਹੈਗੀ ਆ ਉੱਥੇ ਸਰਕਾਰ ਬਣੀ ਹੈ। ਔਰ ਸਚਿਨ ਪਾਇਲਟ ਨੇ ਮੰਗ ਕੀਤੀ ਕਿ ਉਹਦੇ ਵਿੱਚ ਸਾਨੂੰ ਤਾਂ ਮਾੜਾ ਮੋਟਾ ਹਿੱਸਾ ਦੇ ਦਿਓ, ਖਾਸ ਤੌਰ ਤੇ ਜਿਹੜੀ ਨਵੇਂ ਚਿਹਰੇ ਨੇ, ਨਵਾਂ ਨੌਜਵਾਨ ਪੀੜ੍ਹੀ ਹੈ ਜਿਨ੍ਹਾਂ ਕਰਕੇ ਤੁਸੀਂ ਜਿੱਤੇ ਹੋ, ਉਹਨਾਂ ਨੇ ਸਚਿਨ ਪਾਇਲਟ ਹੋਰਾਂ ਨੇ ਹੀ ਮੰਗ ਕੀਤੀ ਸੀ ਕਿ ਸਾਨੂੰ ਮਾੜਾ ਮੋਟਾ ਕੁਝ ਸਾਡੇ ਚਿਹਰੇ, ਨਵੇਂ ਚਿਹਰੇ ਤਾਂ ਲਾਓ। ਪਰ ਸੈਂਟਰ ਦੀ ਜਿਹੜੀ ਹਾਈ ਕਮਾਂਡ ਨੇ ਉੱਥੇ ਗਲਤੀ ਕੀ ਕੀਤੀ ਕਿ ਸਾਰੇ ਦੇ ਸਾਰੇ ਜਿਹੜੇ ਟਕਸਾਲੀ ਚਿਹਰੇ ਸੀਗੇ, ਪੁਰਾਣੇ ਚਿਹਰੇ ਸੀਗੇ, ਉਹਨਾਂ ਨੂੰ ਸੱਤਾ ਦਿੱਤੀ ਔਰ ਉਹਦੇ ਵਿੱਚੋਂ ਗਹਿਲੋਤ ਹੋਰੀ ਮੁੱਖ ਮੰਤਰੀ ਬਣੇ। ਔਰ ਬਾਅਦ ਦੇ ਵਿੱਚ ਵੀ ਇਹਨਾਂ ਨੂੰ ਕਿਹਾ ਗਿਆ ਕਿ ਤੁਹਾਨੂੰ ਚਲੋ ਅਸੀਂ ਉਪ ਮੁੱਖ ਮੰਤਰੀ ਸਚਿਨ ਜੀ ਨੂੰ ਬਣਾ ਦਾਂਗੇ, ਪਰ ਉਹ ਵੀ ਮਾਮਲਾ ਜਿਹੜਾ ਹੈਗਾ ਕਿਤੇ ਨਾ ਕਿਤੇ ਇਗਨੋਰ ਕੀਤਾ ਗਿਆ। ਔਰ ਸਾਲ ਤੋਂ ਜ਼ਿਆਦਾ ਸਮਾਂ ਹੋ ਗਿਆ ਕਿ ਉੱਥੇ ਕੋਈ ਏਦਾਂ ਦੀ ਕੋਈ ਕਾਰਵਾਈ ਜਿਹੜੀ ਸੈਂਟਰ ਕਮੇਟੀ ਹੈ ਜਾਂ ਹਾਈ ਕਮਾਂਡ ਹੈ ਉਹਦੇ ਵੱਲੋਂ ਨਜ਼ਰ ਨਹੀਂ ਆਈ। ਸੋ ਨਤੀਜੇ ਵਜੋਂ ਸਚਿਨ ਹੋਰਾਂ ਨੇ ਬਗਾਵਤ ਜਿਹੜੀ ਇਹ ਦੁਬਾਰਾ ਸ਼ੁਰੂ ਕੀਤੀ ਹੈ। ਔਰ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਇਸ ਵੇਲੇ ਸਾਡੀ ਸੁਣਵਾਈ ਕਿਤੇ ਨਹੀਂ ਹੋ ਰਹੀ, ਸੋ ਇਸ ਕਰਕੇ ਉਹ ਦਿੱਲੀ ਬੈਠ ਗਏ ਨੇ। ਔਰ ਦਿੱਲੀ ਵਿੱਚ ਉਹਨਾਂ ਨੇ, ਮੈਨੂੰ ਲੱਗਦਾ ਹੈ ਕਿ ਜੋ ਮੁਲਾਕਾਤਾਂ ਹੋ ਸਕਦਾ ਹੈ ਕਿ ਰਾਹੁਲ ਜੀ ਨਾਲ ਕਰਨ, ਪ੍ਰਿੰਕਾ ਜੀ ਨਾਲ ਕਰਨ, ਜਾਂ ਹੋਰ ਜਿਹੜੀ ਉਹਨਾਂ ਦੀ ਹਾਈ ਕਮਾਂਡ ਹੈ, ਜਿਵੇਂ ਤੁਸੀਂ ਵੇਣੂਗੋਪਾਲ ਜੀ ਦਾ ਨਾਮ ਲੈ ਰਹੇ ਹੋ, ਜਾਂ ਹੋਰ ਜਿਹੜੇ ਇਦਾਂ ਦੀ ਉਹਨਾਂ ਨੂੰ ਲੱਗਦਾ ਹੈ ਕਿ ਸਾਡਾ ਮਸਲਾ ਹੱਲ ਹੋ ਸਕਦਾ ਹੈ, ਉਹਦੇ ਨਾਲ ਗੱਲ ਕਰਨਗੇ। ਔਰ ਜਿਹੜੀ ਤੁਸੀਂ ਟੈਪਿੰਗ ਦੀ ਗੱਲ ਕਰ ਰਹੇ ਹੋ, ਫੋਨ ਟੈਪਿੰਗ ਦੀ ਮੈਨੂੰ ਲੱਗਦਾ ਹੈ ਕਿ ਇਹ ਕਾਂਗਰਸ ਦਾ ਇੱਕ ਕਲਚਰ ਰਿਹਾ। ਕਾਂਗਰਸ ਦਾ ਕਲਚਰ ਇਹ ਰਿਹਾ ਹੈ ਇਸ ਵੇਲੇ ਕਿ ਜਿਹੜੇ ਮੁੱਖ ਮੰਤਰੀ ਸਾਹਿਬ ਹੁੰਦੇ ਨੇ, ਚਾਹੇ ਉਹ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਹੋਣ, ਚਾਹੇ ਰਾਜਸਥਾਨ ਦੇ ਹੋਣ, ਜਾਂ ਇਹਨਾਂ ਦੇ ਹੋਰ ਜਿਹੜੀਆਂ ਸਟੇਟਾਂ ਦੇ ਹੋਣ, ਉਹਨਾਂ ਦੀ ਕੋਸ਼ਿਸ਼ ਹੁੰਦੀ ਹੈ ਕਿ ਥੱਲੜੇ ਬੰਦਿਆਂ ਨੂੰ ਦਬਾ ਕੇ ਰੱਖਿਆ ਜਾਏ, ਥੱਲੜੇ ਬੰਦਿਆਂ ਨੂੰ ਕੋਈ ਨਾ ਕੋਈ ਉਹਨਾਂ ਦਾ ਲੂਪ ਹੋਲ ਜਿਹੜਾ ਹੈਗਾ ਉਹ ਫੜਿਆ ਜਾਏ ਔਰ ਉਹਦੇ ਕਰਕੇ ਉਹਨਾਂ ਦੀਆਂ ਫਾਈਲਾਂ ਤਿਆਰ ਕੀਤੀਆਂ ਜਾਣ, ਉਹਨਾਂ ਦੇ ਜਿਹੜੇ ਨੇ ਉਹ ਜਿਹੜੇ ਇਦਾਂ ਦੇ ਕਾਰਨਾਮੇ ਨੇ ਉਹਨਾਂ ਦਾ ਇੱਕ ਰਿਕਾਰਡ ਬਣਾਇਆ ਜਾਏ ਔਰ ਫਿਰ ਬਾਅਦ ਦੇ ਵਿੱਚ ਦਿਖਾਇਆ ਜਾਏ ਹਾਈ ਕਮਾਂਡ ਨੂੰ ਕਿ ਦੇਖੋ ਜੀ ਇਦਾਂ ਦੀਆਂ ਗੱਲਾਂ ਕਰਦੇ ਨੇ। ਸੋ ਮੇਰਾ ਕਹਿਣ ਦਾ ਮਤਲਬ ਇੱਕ ਕਲਚਰ ਜਿਹੜਾ ਹੈਗਾ ਜਿਹੜਾ ਕਾਂਗਰਸ ਦਾ, ਇਹ ਇੱਕ ਬਹੁਤ ਹੀ ਮਤਲਬ ਅਨਡੈਮੋਕ੍ਰੈਟਿਕ ਕਲਚਰ ਹੈ। ਜਦੋਂ ਤੁਸੀਂ ਆਪਣੀ ਪਾਰਟੀ ਦੇ ਲੋਕਾਂ ਦੇ ਉੱਤੇ ਭਰੋਸਾ ਨਹੀਂ ਕਰ ਸਕਦੇ, ਆਪਣੀ ਪਾਰਟੀ ਦੇ ਲੀਡਰਾਂ ਦੇ ਉੱਤੇ ਤੁਹਾਨੂੰ ਭਰੋਸਾ ਨਹੀਂ ਹੈ, ਤਾਂ ਮੈਨੂੰ ਲੱਗਦਾ ਕਿ ਇਦਾਂ ਦੀ ਪੋਲਿਟਿਕਸ ਦਾ ਜਾਂ ਇਦਾਂ ਦੀ ਪਾਰਟੀ ਦਾ ਹੋਣਾ ਮੈਨੂੰ ਆਪਣੇ ਆਪ 'ਚ ਹੀ ਬਹੁਤ ਇੱਕ ਕੁਐਸਚਨ ਮਾਰਕ ਪੈਦਾ ਕਰਦਾ ਹੈ। ਸੋ ਇਸ ਕਰਕੇ ਸਚਿਨ ਪਾਇਲਟ ਜੀ, ਹੋ ਸਕਦਾ ਕਿ ਉਹਨਾਂ ਨੂੰ ਉਮੀਦ ਹੋਵੇ ਕਿ ਸ਼ਾਇਦ ਉੱਥੇ ਕੋਈ ਮਸਲਾ ਹੱਲ ਹੋ ਜਾਏਗਾ, ਪਰ ਜਿਸ ਕਿਸਮ ਦੀ ਬੀਜੇਪੀ ਉੱਥੇ ਕਿਉਂਕਿ ਹਾਵੀ ਹੋ ਰਹੀ ਹੈ ਆਉਣ ਵਾਲੇ ਦਿਨਾਂ ਦੇ ਵਿੱਚ, ਪਿਛਲੇ ਵਾਰੀ ਵੀ ਇਹ ਦੋਸ਼ ਲੱਗਿਆ ਸੀਗਾ ਕਿ ਸਾਰਾ ਕੁਝ ਬੀਜੇਪੀ ਕਰਵਾ ਰਹੀ ਹੈ, ਪਰ ਬੀਜੇਪੀ ਨਾਲੋਂ ਮੈਨੂੰ ਲੱਗਦਾ ਹੈ ਕਿ ਕਾਂਗਰਸ ਦੀ ਆਪਣੀ ਜਿਹੜੀ ਇੰਟਰਨਲ ਪੋਲਿਟਿਕਸ ਹੈ, ਇੰਟਰਨਲ ਕਮਜ਼ੋਰੀਆਂ ਨੇ, ਉਹ ਬਹੁਤ ਵੱਡੀਆਂ ਨੇ। ਉਹ ਚਾਹੇ ਪੰਜਾਬ ਦੀ ਗੱਲ ਹੋਵੇ, ਚਾਹੇ ਦਿੱਲੀ ਦੀ ਗੱਲ ਹੋਵੇ, ਚਾਹੇ ਰਾਜਸਥਾਨ ਦੀ ਗੱਲ ਹੋਵੇ, ਚਾਹੇ ਹਾਈ ਕਮਾਂਡ ਦੀ ਗੱਲ ਹੋਵੇ, ਬਹੁਤ ਸਾਰੇ ਗਰੁੱਪਾਂ ਦੇ ਵਿੱਚ ਇਸ ਵੇਲੇ ਵੰਡੀ ਹੋਈ ਹੈ। ਕਹਿੰਦੇ ਕਿ ਭਾਜਪਾ ਦੇ ਜਿਹੜੇ ਨੇ ਉਹਨਾਂ ਦੇ ਵੱਲੋਂ ਕਹਿੰਦੇ ਇਸ ਮਾਮਲੇ ਤੇ ਸ਼ਿਕਾਇਤ ਦਿੱਤੀ ਗਈ ਸੀਗੀ, ਤੇ ਜਦੋਂ ਸ਼ਿਕਾਇਤ ਦਿੱਤੀ ਗਈ ਕਹਿੰਦੇ ਤਾਂ ਉਹਦੇ ਵਿੱਚ ਕੁਝ ਜਿਹੜੇ ਦੋਸ਼ੀ ਪਾਏ ਗਏ ਸੀ, ਉਹਦੇ ਵਿੱਚ ਕਹਿੰਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਦੇ ਜਿਹੜੇ OSD ਵੀ ਸੀ, ਉਹ ਵੀ ਦੋਸ਼ੀ ਪਾਏ ਗਏ ਸੀ। ਕਹਿੰਦੇ ਬਿਲਕੁਲ ਇਸ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਸੀਗੀਆਂ, ਜਿਹੜੇ ਪਾਣੀ ਸੋਮਿਆਂ ਬਾਰੇ ਮੰਤਰੀ ਆ ਵਿਜੇਂਦਰ ਸ਼ੇਖਾਵਤ, ਉਹਨਾਂ ਦੇ ਵੱਲੋਂ ਕਹਿੰਦੇ ਸ਼ਿਕਾਇਤ ਇਸੇ ਸਾਲ ਮਾਰਚ ਦੇ ਆਖਰੀ ਦੇ ਵਿੱਚ ਦਿੱਲੀ 'ਚ ਫੋਨ ਟੈਪਿੰਗ ਦੇ ਮਾਮਲੇ 'ਚ ਰਿਪੋਰਟ ਦਰਜ ਕਰਵਾਈ ਗਈ ਸੀ, ਜਿਹਦੇ ਵਿੱਚ ਮੁੱਖ ਮੰਤਰੀ ਤੇ OSD ਤੇ ਕੁਝ ਪੁਲਿਸ ਅਧਿਕਾਰੀਆਂ ਨੂੰ ਮੁਲਜ਼ਮ ਬਣਾਇਆ ਗਿਆ ਸੀਗਾ। ਜੀ ਇਹੀ ਮੈਂ ਗੱਲ ਦੱਸਣ ਦੀ ਕੋਸ਼ਿਸ਼ ਕਰ ਰਿਹਾ ਕਿ ਇਹ ਜਿਵੇਂ ਪੰਜਾਬ ਦੇ ਵਿੱਚ ਆਪਾਂ ਨੂੰ ਯਾਦ ਹੈ ਕਿ ਕੈਪਟਨ ਸਾਹਿਬ ਨੇ ਫਾਈਲਾਂ ਤਿਆਰ ਕਰਵਾਈਆਂ,
ਔਰ ਜਿਹੜੇ ਨੇ ਵਿਜੀਲੈਂਸ ਨੂੰ ਤਿਆਰ ਕੀਤਾ ਕਿ ਤੁਸੀਂ ਤਿਆਰ ਰਹੋ, ਔਰ ਵੱਖ-ਵੱਖ ਲੀਡਰਾਂ ਦੇ ਉੱਤੇ ਜਿਹੜਾ ਸੀਗਾ ਖਾਸ ਤੌਰ ਤੇ ਨਵਜੋਤ ਸਿੰਘ ਸਿੱਧੂ ਜਾਂ ਪ੍ਰਗਟ ਸਿੰਘ ਹੋਰਾਂ ਨੂੰ ਕਿਵੇਂ ਆਪਾਂ ਨੂੰ ਪਤਾ ਹੈ ਕਿ ਕਿਸ ਤਰ੍ਹਾਂ ਦਾ ਮਾਹੌਲ ਤਿਆਰ ਕਰਵਾਇਆ ਗਿਆ ਸੀਗਾ। ਲਗਭਗ ਉਹੀ ਜਿਹੜਾ ਹੈਗਾ ਸੀਗਾ ਰਾਜਸਥਾਨ ਦੇ ਵਿੱਚ ਸਾਲ ਪਹਿਲਾਂ, ਜਿਹੜਾ ਜਿਵੇਂ ਤੁਸੀਂ ਗੱਲ ਕਰ ਰਹੇ ਹੋ, ਮੁੱਖ ਮੰਤਰੀ ਗਹਿਲੋਤ ਹੋਰਾਂ ਦੇ ਬਹੁਤ, ਕਿਉਂਕਿ ਨੇੜੇ ਹੁੰਦੇ ਨੇ ਸਾਰੇ, ਉਹਨਾਂ ਦੇ ਇਸ਼ਾਰਿਆਂ ਤੇ ਕੰਮ ਹੁੰਦਾ, ਸੋ ਇਸ ਕਰਕੇ ਉਦੋਂ ਵੀ ਇਹ ਕੰਮ ਕਰਵਾਇਆ ਗਿਆ। ਔਰ ਉਹਦਾ ਨੁਕਸਾਨ ਇਹ ਹੁੰਦਾ ਹੈ ਇਸ ਤਰ੍ਹਾਂ ਦੀਆਂ ਕਾਰਵਾਈਆਂ ਦਾ ਕਿ ਆਪਸ ਦੇ ਵਿੱਚ ਜਿਹੜੀ ਪਾਟੋ ਧਾਪੀ ਹੈ ਉਹ ਜ਼ਿਆਦਾ ਪਾਰਟੀ ਦੇ ਵਿੱਚ ਵੱਧ ਜਾਂਦੀ ਹੈ ਔਰ ਖਿਲਾਰਾ ਜ਼ਿਆਦਾ ਪੈਂਦਾ ਹੈ, ਔਰ ਉਹਦੇ ਨਾਲ ਪਾਰਟੀ ਇਕਜੁੱਟ ਜਿਹੜੀ ਹੈਗੀ ਹੈ ਹੋਣ ਦੀ ਬਜਾਏ ਪਾਰਟੀ ਦੇ ਵਿੱਚ ਵੱਖ-ਵੱਖ ਜਿਹੜੀ ਗਰੁੱਪਿਜ਼ਮ ਉਹ ਵੱਧਦਾ ਹੈ। ਔਰ ਇਹੀ ਨਤੀਜਾ ਤੁਸੀਂ ਦੇਖੋਗੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਰਾਜਸਥਾਨ ਦੇ ਵਿੱਚ ਇਹ ਸੰਭਾਵਨਾਵਾਂ ਹੋਰ ਜ਼ਿਆਦਾ ਤੇਜ਼ੀ ਨਾਲ ਵਧਣਗੀਆਂ। ਔਰ ਜੇ ਰਾਜਸਥਾਨ ਦੇ ਵਿੱਚ ਸਰਕਾਰ ਟੁੱਟਦੀ ਹੈ ਕਾਂਗਰਸ ਦੀ, ਤਾਂ ਇਹਦਾ ਵੱਡਾ ਖਮਿਆਜਾ ਜਿਹੜਾ ਹੈਗਾ ਪੰਜਾਬ ਦੇ ਵਿੱਚ ਵੀ ਭੁਗਤਣਾ ਪਏਗਾ। ਇਹਦਾ ਜੇ ਆਪਾਂ ਕਹੀਏ ਕਿ ਇਹਦਾ ਅਸਰ ਕੀ ਹੋਏਗਾ, ਇਹਦਾ ਬਹੁਤ ਵੱਡਾ ਅਸਰ ਜਾਏਗਾ। ਜੇ ਰਾਜਸਥਾਨ ਦੇ ਵਿੱਚ ਸਰਕਾਰ ਖਤਮ ਹੁੰਦੀ ਹੈ, ਉੱਥੇ ਬੀਜੇਪੀ ਦੀ ਸਰਕਾਰ ਬਣਦੀ ਹੈ ਆਉਣ ਵਾਲੇ ਦਿਨਾਂ ਦੇ ਵਿੱਚ, ਤਾਂ ਲਾਜ਼ਮੀ ਤੌਰ ਤੇ ਇਹਦਾ ਅਸਰ ਪੰਜਾਬ ਦੇ ਵਿੱਚ ਵੀ ਬਹੁਤ ਤੇਜ਼ੀ ਦੇ ਨਾਲ ਫੈਲੇਗਾ ਔਰ ਪੰਜਾਬ ਦੀ ਜਿਹੜੀ ਕਾਂਗਰਸ ਹੈ ਉਹਦੀਆਂ ਵੀ ਟੁੱਟਣ ਦੀਆਂ ਸੰਭਾਵਨਾਵਾਂ ਹੋ ਸਕਦੀਆਂ ਨੇ। ਸੋ ਇਸ ਕਰਕੇ ਹਾਈ ਕਮਾਂਡ, ਕਿਉਂਕਿ ਉਹਦੇ ਕੋਲ ਕੋਈ ਵੱਡਾ ਲੀਡਰ ਨਹੀਂ ਹੈ, ਜਥੇਬੰਦਕ ਢਾਂਚਾ ਜਿਹੜਾ ਹੈਗਾ ਨੈਸ਼ਨਲ ਲੈਵਲ ਦਾ, ਕਿਸੇ ਵੇਲੇ ਜਿਹੜਾ ਕਾਂਗਰਸ ਦਾ ਸਭ ਤੋਂ ਵੱਡੀ ਪਾਰਟੀ ਮੰਨੀ ਜਾਂਦੀ ਸੀ ਔਰ ਸਭ ਤੋਂ ਪੁਰਾਣੀ ਪਾਰਟੀ ਹੈ ਇਸ ਵੇਲੇ ਹਿੰਦੁਸਤਾਨ ਦੀ, ਔਰ ਉਸ ਪਾਰਟੀ ਦੇ ਵਿੱਚ ਜਿੱਦਾਂ ਇਦਾਂ ਦੀਆਂ ਕਾਰਵਾਈਆਂ ਹੋਣੀਆਂ ਆਪਣੇ ਆਪ 'ਚ ਇੱਕ ਚਿੰਤਾ ਦਾ ਵਿਸ਼ਾ ਨੇ। ਇਹ ਕਾਂਗਰਸ ਲਈ ਵੀ, ਇਹ ਮੈਨੂੰ ਲੱਗਦਾ ਹੈ ਕਿ ਪੂਰੇ ਇਸ ਵੇਲੇ ਪੂਰੇ ਭਾਰਤ ਦੇ ਲਈ ਵੀ ਇੱਕ ਚਿੰਤਾ ਦਾ ਵਿਸ਼ਾ ਨੇ। ਉਹਦਾ ਕਾਰਨ ਇਹ ਮੈਂ ਕਹਿ ਰਿਹਾ ਕਿ ਬੀਜੇਪੀ ਨੂੰ ਟੱਕਰ ਦੇਣ ਵਾਸਤੇ ਜਿਸ ਕਿਸਮ ਦੀ ਇੱਕ ਵੱਡੀ ਸਿਆਸੀ ਧਿਰ ਚਾਹੀਦੀ ਹੈ, ਵੱਡਾ ਜਿਹੜਾ ਹੈਗਾ ਵਿਰੋਧੀ ਧਿਰ ਚਾਹੀਦੀ ਹੈ, ਉਸ ਕਿਸਮ ਦੀ ਵਿਰੋਧੀ ਧਿਰ ਇਸ ਵੇਲੇ ਨਜ਼ਰ ਨਹੀਂ ਆ ਰਹੀ। ਕਾਂਗਰਸ ਤੋਂ ਬਹੁਤ ਉਮੀਦਾਂ ਸੀਗੀਆਂ ਲੋਕਾਂ ਨੂੰ, ਪਰ ਕਾਂਗਰਸ ਨੇ ਆਪਣੀ ਉਹ ਜ਼ਿੰਮੇਵਾਰੀ ਨਹੀਂ ਨਿਭਾਈ, ਆਪਣੀ ਖਾਨਾ ਜੰਗੀ ਕਰਕੇ, ਆਪਣੀ ਦੁਫਾੜ ਹੋਣ ਕਰਕੇ, ਆਪਣੀ ਜਿਹੜੀ ਵਿਚਾਰਧਾਰਕ ਸਮੱਸਿਆਵਾਂ ਕਰਕੇ ਔਰ ਆਪਣੀ ਗਰੁੱਪਬਾਜ਼ੀ ਕਰਕੇ, ਇਹ ਸਾਰੀਆਂ ਚੀਜ਼ਾਂ ਤੋਂ ਇਸ ਵੇਲੇ ਭਾਰਤ ਜਿਹੜਾ ਹੈਗਾ ਵਾਂਝਾ ਹੋ ਚੁੱਕਿਆ। ਸੋ ਮੈਨੂੰ ਇਹ ਲੱਗਦਾ ਕਿ ਉਮੀਦ ਇਹ ਕੀਤੀ ਜਾਣੀ ਚਾਹੀਦੀ ਹੈ ਕਿ ਜਿਹੜੀਆਂ ਰੀਜਨਲ ਪਾਰਟੀਆਂ ਨੇ ਇਸ ਵੇਲੇ, ਉਹਨਾਂ ਨੂੰ, ਜਿਵੇਂ ਬੰਗਾਲ ਦੀ ਗੱਲ ਕਰਾਂ ਮੈਂ ਜਾਂ ਦਿੱਲੀ ਦੀ ਗੱਲ ਕਰਾਂ, ਜਿਹੜੀਆਂ ਛੋਟੀਆਂ ਪਾਰਟੀਆਂ ਨੇ ਪਰ ਰੀਜਨਲ ਪਾਰਟੀਆਂ ਨੇ, ਜੇਕਰ ਇਹ ਕਾਂਗਰਸ ਆਪਣੀ ਸੱਤਾ ਜਿਹੜੀ ਆਪਣੀ ਜ਼ਿੰਮੇਵਾਰੀ ਨਹੀਂ ਨਿਭਾਉਂਦੀ, ਤਾਂ ਲਾਜ਼ਮੀ ਤੌਰ ਤੇ ਰੀਜਨਲ ਪਾਰਟੀਆਂ ਨੂੰ ਇਕੱਠਾ ਹੋਣਾ ਪਏਗਾ ਆਉਣ ਵਾਲੇ ਦਿਨਾਂ ਦੇ ਵਿੱਚ, ਤਾਂ ਕਿ ਬੀਜੇਪੀ ਦਾ ਜਿਹੜਾ ਹੈਗਾ ਮੁਕਾਬਲਾ ਕੀਤਾ ਜਾ ਸਕੇ। ਸੋ ਇਸ ਕਰਕੇ ਇੱਕ ਬਹੁਤ ਹੀ ਇੱਕ ਮਾੜੀ ਖਬਰ ਮੈਂ ਕਹਿ ਸਕਦਾ ਇਹ ਹੈ, ਇਕੱਲੇ ਰਾਜਸਥਾਨ ਜਾਂ ਪੰਜਾਬ ਦੇ ਲਈ ਨਹੀਂ, ਪੂਰੇ ਭਾਰਤੀਆਂ ਲਈ ਇੱਕ ਮਾੜੀ ਖਬਰ ਹੈ ਕਿ ਇਸ ਵੇਲੇ ਕਾਂਗਰਸ ਜਿਹੜੀ ਹੈਗੀ ਹੈ ਲਗਾਤਾਰ ਟੁੱਟ ਰਹੀ ਹੈ। ਉਹਦੇ ਜਿਹੜੇ ਵੱਡੇ ਵੱਡੇ ਦਰਖਤ ਨੇ ਉਹ ਗਿਰ ਰਹੇ ਨੇ, ਔਰ ਜਿਹੜਾ ਇੱਕ ਖਾਲੀ ਸਪੇਸ ਜਿਹੜੀ ਹੈਗੀ ਹੈ ਬਣਾਈ ਜਾ ਰਹੀ ਹੈ, ਸਪੇਸ ਖਾਲੀ ਹੋ ਰਹੀ ਹੈ, ਔਰ ਉਹਨੂੰ ਡੈਮੇਜ ਕੰਟਰੋਲ ਨੂੰ ਰੋਕਣ ਦੇ ਵਿੱਚ ਅਸਫਲ ਸਾਬਤ ਹੋ ਰਹੀ ਹੈ ਜਿਹੜੀ ਕਾਂਗਰਸ ਹਾਈ ਕਮਾਨ, ਚਾਹੇ ਉਹ ਕਿਸੇ ਵੀ ਸੂਬੇ ਦੀ ਸਿਆਸਤ ਦੇ ਵਿੱਚ ਕਿਆ ਉਬਾਲ ਹੋਵੇ, ਪਰ ਸਹੀ ਤਰੀਕੇ ਦੇ ਨਾਲ ਜਿਹੜਾ ਡੈਮੇਜ ਕੰਟਰੋਲ ਨਹੀਂ ਕਰ ਪਾਈ ਹਾਈ ਕਮਾਨ। ਅਗਲੀ ਖਬਰ ਦੀ ਜੇਕਰ ਆਪਾਂ ਗੱਲਬਾਤ ਕਰੀਏ ਤਾਂ HS ਫੂਲਕਾ ਜਿਹੜੇ ਆਮ ਆਦਮੀ ਪਾਰਟੀ ਦੇ ਸਾਬਕਾ ਵਿਧਾਇਕ ਨੇ, ਉਹਨਾਂ ਦੇ ਵੱਲੋਂ ਨਵਜੋਤ ਸਿੰਘ ਸਿੱਧੂ ਨੂੰ ਇੱਕ ਚਿੱਠੀ ਲਿਖੀ ਗਈ ਹੈ। ਹਾਲਾਂਕਿ ਉਹ ਰੇਤ ਮਾਫੀਏ ਦੇ ਮਾਮਲੇ ਦੇ ਵਿੱਚ ਹੈ ਤੇ ਨਵਜੋਤ ਸਿੰਘ ਸਿੱਧੂ ਦੇ ਵਿੱਚ ਠੋਕ ਕੇ ਪਿੱਠ ਵੀ ਥੜਪੜਾਈ ਜਿਹੜੀ ਗਈ ਹੈ। ਕਿਵੇਂ ਦੇਖਦੇ ਹੋ ਚਿੱਠੀ ਨੂੰ, ਤੇ ਚਿੱਠੀ ਦੇ ਵਿੱਚ ਕੀ ਕੁਝ ਹੋਰ ਲਿਖਦੇ ਨੇ HS ਫੂਲਕਾ ਨਵਜੋਤ ਸਿੰਘ ਸਿੱਧੂ? ਸੁਖਵਿੰਦਰ ਜੀ, ਜਿਵੇਂ ਆਪਾਂ ਨੂੰ ਪਤਾ ਹੈ ਕਿ ਨਵਜੋਤ ਸਿੰਘ ਸਿੱਧੂ ਲਗਾਤਾਰ ਪਿਛਲੇ ਸਾਲਾਂ ਦੇ ਦੌਰਾਨ 4.5 ਸਾਲ ਦੀ ਆਪਾਂ ਜੇ ਗੱਲ ਕਰੀਏ ਕਾਂਗਰਸ ਦੇ ਰਾਜ ਦੀ, ਤਾਂ ਉਹਦੇ ਵਿੱਚ ਉਹਨਾਂ ਨੇ ਲਗਾਤਾਰ ਵੱਖ-ਵੱਖ ਮੁੱਦਿਆਂ ਤੇ ਆਪਣੀ ਆਵਾਜ਼ ਬੁਲੰਦ ਕੀਤੀ ਹੈ। ਉਹਦੇ ਵਿੱਚ ਇੱਕ ਮੁੱਦਾ ਸੀਗਾ ਰੇਤ ਮਾਫੀਏ ਦਾ, ਔਰ ਆਪਾਂ ਨੂੰ ਵੀ ਪਤਾ ਹੈ ਕਿ ਰੇਤ ਮਾਫੀਏ ਹੋਣ ਕਰਕੇ ਰੇਤ ਦੇ ਜਿਹੜੇ ਰੇਟ ਨੇ ਉਹ ਅਨਕੰਟਰੋਲ ਹੋ ਗਏ ਸੀ। ਕਿਸੇ ਵੇਲੇ ਤਾਂ ਇੰਨੇ, ਮਤਲਬ ਇੱਕ ਟਰੱਕ ਦੀ ਜਦੋਂ ਆਪਾਂ ਗੱਲ ਕਰਦੀ ਤਾਂ ਬਹੁਤ ਜ਼ਿਆਦਾ ਜਿਹੜੇ ਸੀ ਉਹਦੇ ਰੇਟ ਵੱਧ ਗਏ ਸੀਗੇ, ਔਰ ਹੌਲੀ ਹੌਲੀ ਉਹ ਕੰਟਰੋਲ ਕਿਉਂ ਹੋਇਆ, ਔਰ ਉਹਦਾ ਕਾਰਨ ਇਹ ਸੀਗਾ ਕਿ ਸਾਰੀ ਦੀ ਸਾਰੀ ਨੂੰ ਮਾਫੀਆ ਕੰਟਰੋਲ ਕਰ ਰਿਹਾ ਸੀਗਾ। ਕਿਉਂਕਿ ਆਪਾਂ ਨੂੰ ਪਤਾ ਹੈ ਕਿ ਰੇਤ ਤੋਂ ਬਿਨਾਂ ਨਾ ਕੋਈ ਡਿਵੈਲਪਮੈਂਟ ਹੋ ਸਕਦੀ ਹੈ, ਨਾ ਕਿਸੇ ਦਾ ਘਰ ਪੈ ਸਕਦਾ, ਨਾ ਦੁਕਾਨ ਪੈ ਸਕਦੀ ਹੈ, ਨਾ ਕੋਈ ਹੋਰ ਕੰਮ ਜਿਹੜਾ ਹੈਗਾ ਹੋ ਸਕਦਾ। ਸੋ ਇਸ ਕਰਕੇ ਨਵਜੋਤ ਸਿੰਘ ਸਿੱਧੂ ਹੋਰਾਂ ਨੇ ਕਿਸੇ ਵੇਲੇ ਬਹੁਤ ਵਧੀਆ ਇੱਕ ਪਲਾਨ ਜਿਹੜੀ ਹੈਗੀ ਉਹ ਲੈ ਕੇ ਆਏ ਸੀਗੇ, ਔਰ ਉਹਨਾਂ ਨੇ ਉਸ ਪਲਾਨ ਦੇ ਵਿੱਚ ਮੁੱਖ ਮੰਤਰੀ ਸਾਹਿਬ, ਕੈਪਟਨ ਸਾਹਿਬ ਨੂੰ ਦੱਸਿਆ ਸੀਗਾ ਕਿ ਕਿਵੇਂ ਇੱਕ ਕਾਰਪੋਰੇਸ਼ਨ ਬਣਾਈ ਜਾ ਸਕਦੀ ਹੈ ਔਰ ਸਰਕਾਰੀ ਕੰਟਰੋਲ ਇਹਦੇ ਉੱਤੇ ਕੀਤਾ ਜਾ ਸਕਦਾ ਹੈ, ਰੇਤ ਮਾਫੀਏ ਤੋਂ ਉਹ ਛੁਡਾਇਆ ਜਾ ਸਕਦਾ ਹੈ। ਔਰ ਜੇ ਤੁਸੀਂ ਸਰਕਾਰ ਰੇਤ ਦੇ ਉੱਤੇ ਕੰਟਰੋਲ ਕਰ ਲੇਗੀ
ਤਾਂ ਰੇਟ ਆਮ ਲੋਕਾਂ ਨੂੰ ਘੱਟ ਹੋ ਸਕਦੇ ਆ। ਔਰ ਇਹਦੇ ਨਾਲ ਕੀ ਹੋਏਗਾ ਕਿ ਜਿਹੜਾ ਉਹ ਕਹਿ ਰਹੇ ਸੀ ਖਜ਼ਾਨਾ ਖਾਲੀ ਆ ਸਾਡਾ, ਇਹਦੇ ਨਾਲ ਖਜ਼ਾਨਾ ਜਿਹੜਾ ਹੈਗਾ ਤੁਹਾਡਾ ਭਰ ਸਕਦਾ ਹੈ, ਬਹੁਤ ਸਾਰਾ ਮੁਨਾਫਾ ਹੋ ਸਕਦਾ ਹੈ। ਸੋ ਇਸ ਕਿਸਮ ਦੀ ਉਹਨਾਂ ਨੇ ਬਣਾ ਕੇ ਬਕਾਇਦਾ ਸਾਊਥ ਤੋਂ ਇੱਕ ਮਾਡਲ ਲੈ ਕੇ ਆਏ ਸੀਗੇ ਔਰ ਉਹਨਾਂ ਨੇ ਪੂਰੇ ਦੀ ਪੂਰੀ ਕੋਸ਼ਿਸ਼ ਕੀਤੀ ਸੀਗੀ, ਇਹਦੇ ਉੱਤੇ ਕੰਮ ਕੀਤਾ ਸੀਗਾ, ਰਿਸਰਚ ਕੀਤੀ ਸੀਗੀ ਔਰ ਵੱਡੇ ਸਿੱਟੇ ਜਿਹੜੇ ਸੀ ਕੱਢੇ ਸੀਗੇ। ਪਰ ਉਸ ਰਿਪੋਰਟ ਨੂੰ ਕੈਪਟਨ ਸਾਹਿਬ ਨੇ ਜਿਹੜਾ ਹੈਗਾ ਰੱਦੀ 'ਚ ਸੁੱਟਤਾ ਸੀਗਾ। ਅੱਜ ਤੱਕ ਉਹ ਜਿਹੜੀ ਹੈਗੀ ਆ ਰਿਪੋਰਟ ਸਾਹਮਣੇ ਨਹੀਂ ਆਈ। ਸੋ ਫੂਲਕਾ ਸਾਹਿਬ ਇੱਕ ਤਾਂ ਇਹ ਜ਼ਿਕਰ ਕਰ ਰਹੇ ਨੇ ਕਿ ਉਹ ਲੋਕਾਂ ਦੇ ਵਿੱਚ ਲਿਆਂਦੀ ਜਾਵੇ ਔਰ ਲੋਕਾਂ ਨੂੰ ਦੱਸਿਆ ਜਾਵੇ ਕਿ ਇਹ ਰਿਪੋਰਟ ਹੈ ਕੀ ਸੀਗੀ, ਇਹਦੇ ਨਾਲ ਕਿਵੇਂ ਖਜ਼ਾਨੇ ਦਾ, ਸਰਕਾਰੀ ਖਜ਼ਾਨੇ ਦਾ ਫਾਇਦਾ ਹੋ ਸਕਦਾ ਹੈ ਔਰ ਰੇਤ ਮਾਫੀਆ ਤੋਂ ਜਿਹੜਾ ਹੈਗਾ ਛੁਟਕਾਰਾ ਹੋ ਸਕਦਾ ਹੈ। ਪਰ ਮੈਨੂੰ ਲੱਗਦਾ ਹੈ ਕਿ ਜਿਵੇਂ ਆਪਾਂ ਨੂੰ ਸਾਰੇ ਜਾਣਦੇ ਆ ਕਿ ਇਸ ਵੇਲੇ ਮਾਫੀਆ ਸਾਰੀਆਂ ਚੀਜ਼ਾਂ ਦੇ ਉੱਤੇ ਕੰਟਰੋਲ ਕੀਤਾ ਹੋਇਆ ਹੈ। ਇਕੱਲੇ ਰੇਤ ਮਾਫੀਏ ਦੀ ਗੱਲ ਨਹੀਂ, ਚਾਹੇ ਬਾਕੀ ਚੀਜ਼ਾਂ ਨੇ, ਹੋਰ ਲੀਕਰ ਮਾਫੀਆ ਹੈ, ਹੋਰ ਹਰ ਤਰ੍ਹਾਂ ਦਾ ਮਾਫੀਆ ਜਿਹੜਾ ਹੈਗਾ ਸਰਕਾਰ ਦੇ ਵਿੱਚ ਹਾਵੀ ਹੈ। ਸੋ ਇਸ ਕਰਕੇ ਆਪਾਂ ਕਹਿ ਸਕਦੇ ਹਾਂ ਕਿ ਉਸ ਪ੍ਰੈਸ਼ਰ ਦੇ ਵਿੱਚ ਕੈਪਟਨ ਸਾਹਿਬ ਜਿਹੜੇ ਨੇ ਉਹ ਇਹਨਾਂ ਰਿਪੋਰਟਾਂ ਨੂੰ ਜਿਹੜਾ ਹੈਗਾ ਬਹੁਤ ਤਵੱਜੋ ਨਹੀਂ ਦਿੰਦੇ, ਜਿਹਦੇ ਕਰਕੇ ਫੂਲਕਾ ਸਾਹਿਬ ਨੇ ਚਿੰਤਾ ਜ਼ਾਹਰ ਕੀਤੀ ਹੈ ਔਰ ਉਹਨਾਂ ਨੇ ਇਹੀ ਕਿਹਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਕਾਰਪੋਰੇਸ਼ਨ ਬਣਦੀ ਹੈ, ਸਰਕਾਰੀ ਕੰਟਰੋਲ ਹੁੰਦਾ ਰੇਤ ਦੇ ਉੱਤੇ, ਤਾਂ ਇਹਦਾ ਫਾਇਦਾ ਜਿਹੜਾ ਹੈਗਾ ਪੰਜਾਬ ਦੇ ਲੋਕਾਂ ਨੂੰ ਹੋ ਸਕਦਾ ਹੈ। ਸੋ ਇੱਕ ਮੰਗ ਉਹਨਾਂ ਨੇ ਕੀਤੀ ਹੈ ਜ਼ਰੂਰ ਔਰ ਵਧੀਆ ਮੰਗ ਹੈ ਔਰ ਉਹਨਾਂ ਨੇ ਇਹੀ ਕਿਹਾ ਕਿ ਨਵਜੋਤ ਸਿੰਘ ਸਿੱਧੂ ਦੇ ਉੱਤੇ ਪੰਜਾਬ ਦੇ ਲੋਕਾਂ ਨੂੰ ਬਹੁਤ ਉਮੀਦਾਂ ਨੇ ਔਰ ਪੰਜਾਬ ਦੇ ਲੋਕ ਇਸ ਵੇਲੇ ਚਾਹੁੰਦੇ ਨੇ ਕਿ ਇਦਾਂ ਦੇ ਜਿਹੜੇ ਲੋਕ ਨੇ, ਖਾਸ ਤੌਰ ਤੇ ਸੱਚੇ ਸੁੱਚੇ ਲੋਕ, ਪੰਜਾਬ ਨੂੰ ਪਿਆਰ ਕਰਨ ਵਾਲੇ ਲੋਕ ਔਰ ਇਦਾਂ ਦੇ ਮਾਫੀਆ ਨਾਲ ਲੜਨ ਵਾਲੇ ਲੋਕ, ਉਹਨਾਂ ਨੂੰ ਅੱਗੇ ਆਉਣਾ ਚਾਹੀਦਾ ਪੰਜਾਬ ਨੂੰ ਬਚਾਉਣ ਦੇ ਲਈ। ਕੀ ਲੱਗਦਾ ਹੈ ਕਿ ਨਵਜੋਤ ਸਿੰਘ ਸਿੱਧੂ ਪਹਿਲਾਂ ਵੀ ਜਦੋਂ ਇਹਨਾਂ ਨੂੰ ਚਿੱਠੀ ਲਿਖੀ ਗਈ ਸੀ ਨਵਜੋਤ ਸਿੱਧੂ ਨੂੰ ਪਿਛਲੀ ਵਾਰੀ ਵੀ, ਉਦੋਂ ਉਹਨਾਂ ਨੇ ਜਵਾਬ ਦਿੱਤਾ ਸੀਗਾ, ਤਾਂ ਹੁਣ ਵੀ ਸ਼ਾਇਦ ਨਵਜੋਤ ਸਿੰਘ ਸਿੱਧੂ ਜਵਾਬ ਦੇਣਗੇ? ਕਿਉਂਕਿ ਵੈਸੇ ਤਾਂ ਉਧਰੋਂ ਰਿਪੋਰਟ ਜਿਹੜੀ ਪਹੁੰਚ ਗਈ ਹੈ ਸੋਨੀਆ ਗਾਂਧੀ ਦੇ ਕੋਲੇ, ਸ਼ਾਇਦ ਉਸ ਨੂੰ ਲੈ ਕੇ ਸ਼ਾਇਦ ਨਵਜੋਤ ਸਿੰਘ ਸਿੱਧੂ ਹਾਲੇ ਚਿੱਠੀ ਦਾ ਜਵਾਬ ਨਾ ਦੇ ਪਾਉਣ। ਕੀ ਲੱਗਦਾ ਕਿ ਨਵਜੋਤ ਸਿੰਘ ਸਿੱਧੂ ਤੋਂ ਜਿਹੜੀ ਚਿੱਠੀ ਦੇ ਰਾਹੀਂ ਮੰਗ ਕੀਤੀ ਗਈ ਹੈ ਫੂਲਕਾ ਸਾਹਿਬ ਦੇ ਵੱਲੋਂ, ਤਾਂ ਉਸ 'ਚ ਮੰਗ ਨੂੰ ਲੈ ਕੇ ਨਵਜੋਤ ਸਿੰਘ ਸਿੱਧੂ ਫੂਲਕਾ ਦੀ ਆਸ ਤੇ ਖਰੇ ਉਤਰਨਗੇ? ਸੁਖਵਿੰਦਰ ਜੀ ਦੇਖੋ, ਜਿਹੜੀ ਫੂਲਕਾ ਜੀ ਦੀ ਆਸ ਹੈ ਉਹ ਤਾਂ ਹੀ ਪੂਰੀ ਹੋ ਸਕਦੀ ਹੈ ਜੇਕਰ ਨਵਜੋਤ ਸਿੰਘ ਸਿੱਧੂ ਕੋਲੇ ਕੋਈ ਸੱਤਾ ਹੋਏਗੀ। ਬਿਨਾਂ ਜੇ ਅੱਜ ਸਿਰਫ ਉਹ ਐਮਐਲਏ ਨੇ, ਜਨਤਕ ਕਰ ਦਿਓ ਤਾਂ ਹੀ ਤਾਂ ਕਹਿੰਦੇ ਹਾਂ ਜਨਤਕ ਹੋ ਸਕਦੀ ਹੈ। ਠੀਕ ਹੈ, ਬਿਲਕੁਲ ਹੋ ਸਕਦਾ ਕਿ ਸਿੱਧੂ ਸਾਹਿਬ ਕਹਿਣ ਆਉਣ ਵਾਲੇ ਦਿਨਾਂ 'ਚ ਉਹਨੂੰ ਜਨਤਕ ਕਰ ਦੇਣ। ਪਰ ਮੈਂ ਇਹ ਕਹਿ ਰਿਹਾ ਕਿ ਜਿੰਨੀ ਦੇਰ ਇਸ ਦੇ ਉੱਤੇ ਕਾਰਵਾਈ ਜਿਹੜੀ ਮੰਗ ਕਰ ਰਹੇ ਨੇ ਫੂਲਕਾ ਸਾਹਿਬ ਕਿ ਇਹ ਹੋਣੀ ਚਾਹੀਦੀ ਹੈ, ਉਹ ਓਨੀ ਦੇਰ ਨਹੀਂ ਹੋ ਸਕਦੀ ਜਿੰਨੀ ਦੇਰ ਨਵਜੋਤ ਸਿੰਘ ਸਿੱਧੂ ਕੋਲ ਕੋਈ ਤਾਕਤ ਦੀ, ਕੋਈ ਪਾਵਰ ਨਹੀਂ ਆਉਂਦੀ। ਸੋ ਪਾਵਰ ਤਾਂ ਹੀ ਆਏਗੀ ਜੇ ਹਾਈ ਕਮਾਂਡ ਚਾਹੇਗੀ। ਹਾਈ ਕਮਾਂਡ ਇਸ ਵੇਲੇ ਆਪਾਂ ਨੂੰ ਵੀ ਪਤਾ ਹੈ ਕਿ ਕਿਵੇਂ ਆਪਸ ਦੇ ਵਿੱਚ ਪਾਟੋ ਤਾਪ ਹੋ ਰਹੀ ਹੈ ਔਰ ਫਟੀ ਹੋਈ ਹੈ। ਸੋ ਇਸ ਕਰਕੇ ਆਪਾਂ ਕਹਿ ਸਕਦੇ ਹਾਂ ਕਿ ਜਿੰਨੀ ਦੇਰ ਨਵਜੋਤ ਸਿੰਘ ਸਿੱਧੂ ਕੋਲੇ ਕੋਈ ਇੰਡੀਪੈਂਡੈਂਟ ਚਾਰਜ ਨਹੀਂ ਆਉਂਦਾ, ਉਹਨਾਂ ਨੂੰ ਇਦਾਂ ਦਾ ਜਿਹੜਾ ਹੈਗਾ ਇੱਕ ਚਿਹਰਾ ਜਿਹੜਾ ਹੈ ਨਹੀਂ ਬਣਾਇਆ ਜਾਂਦਾ ਔਰ ਤਾਕਤਾਂ ਉਹਨਾਂ ਨੂੰ ਨਹੀਂ ਦਿੱਤੀਆਂ ਜਾਂਦੀਆਂ, ਉਨੀ ਦੇਰ ਇਦਾਂ ਦੀਆਂ ਰਿਪੋਰਟਾਂ ਜਿਹੜੀਆਂ ਨੇ ਨਹੀਂ ਤੁਸੀਂ ਲਾਗੂ ਕਰ ਸਕਦੇ। ਸੋ ਮੇਰਾ ਕਹਿਣ ਦਾ ਮਤਲਬ ਹੈ ਹੋ ਸਕਦਾ ਕਿ ਆਉਣ ਵਾਲੇ ਦਿਨਾਂ 'ਚ ਜਨਤਕ ਜ਼ਰੂਰ ਕਰ ਦੇਣ, ਪਰ ਇਹਦੇ ਉੱਤੇ ਜਿਹੜੀ ਕਾਰਵਾਈ ਕਰਨੀ ਹੈ, ਇਹਦੇ ਬਾਰੇ ਜੋ ਉਹਨਾਂ ਨੇ ਸੁਝਾਅ ਦਿੱਤੇ ਨੇ ਫੂਲਕਾ ਜੀ ਨੇ, ਉਹ ਉਨੀ ਦੇਰ ਸੰਭਵ ਨਹੀਂ ਹੈਗੇ ਜਿੰਨੀ ਦੇਰ ਨਵਜੋਤ ਸਿੰਘ ਸਿੱਧੂ ਕੋਲੇ ਕੋਈ ਸੱਤਾ ਜਾਂ ਪਾਵਰ ਜਿਹੜੀ ਹੈਗੀ ਆ ਨਹੀਂ ਦਿੰਦੇ ਹਾਈ ਕਮਾਂਡ। ਜੀ ਸਰਕਾਰ। ਡਾਕਟਰ ਸਾਹਿਬ, ਤੁਸੀਂ ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਜੁੜੇ, तमाम ਖਬਰਾਂ ਤੇ ਗੱਲਬਾਤ ਕੀਤੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਬਹੁਤ ਬਹੁਤ ਮਿਹਰਬਾਨੀ, ਧੰਨਵਾਦ ਸੁਖਵਿੰਦਰ ਜੀ, ਸ਼ੁਕਰੀਆ। ਤਾਂ ਸਨ ਡਾਕਟਰ ਭੀਮਿੰਦਰ ਸਿੰਘ ਜੀ, ਜਿਨ੍ਹਾਂ ਦੇ ਵੱਲੋਂ ਇਹਨਾਂ तमाम ਖਬਰਾਂ ਤੇ ਸਾਡੇ ਨਾਲ ਗੱਲਬਾਤ ਕਰਕੇ ਆਪਣੇ ਕੀਮਤੀ ਵਿਚਾਰ ਜਿਹੜੇ ਸਾਂਝੇ ਕੀਤੇ ਗਏ ਆ। ਉਮੀਦ ਕਰਦੇ ਹਾਂ ਕਿ ਡਾਕਟਰ ਭੀਮਿੰਦਰ ਹੋਰਾਂ ਦੇ ਜਿਹੜੇ ਵਿਚਾਰ ਆ ਤੁਹਾਨੂੰ ਜ਼ਰੂਰ ਪਸੰਦ ਆਏ ਹੋਣਗੇ। ਦੁਬਾਰਾ ਫਿਰ ਮਿਲਾਂਗੇ ਇਸ ਪ੍ਰੋਗਰਾਮ ਦੇ ਵਿੱਚ ਪੰਜਾਬ ਦੀ ਸਿਆਸਤ ਦੇ ਨਾਲ ਜੁੜੀਆਂ ਹੋਈਆਂ ਕੁਝ ਵੱਡੀਆਂ ਤੇ ਅਹਿਮ ਖਬਰਾਂ ਦੇ ਨਾਲ। ਤਦ ਤੱਕ ਲਈ ਜੀ ਮੈਨੂੰ ਯਾਨੀ ਸੁਖਵਿੰਦਰ ਸਿੰਘ ਸਿੱਧੂ ਨੂੰ ਦਿਓ ਇਜਾਜ਼ਤ। ਧੰਨਵਾਦ।